ਤੁਸੀਂ ਸੁਣ ਰਹੇ ਹੋ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਦੂਜਾ ਪਾਸਾ। ਅੱਜ 17ਵੇਂ ਭਾਗ ਵਿੱਚ ਸੁਣੋ ਚਾਨਣ ਬਰਦਾਰਾਂ ਦਾ ਧਰਤੀ ਉੱਤੇ ਗ੍ਰਹਿਣ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਨਿਸ਼ਾਨਾ ਬਿਲਕੁਲ ਸਿੱਧਾ ਹੈ। ਉਹ ਹੈ ਕੁੱਲ ਬੇਗਾਨਿਆਂ ਵਿੱਚ ਦੁਫਾੜ ਪਾਉਣੀ, ਸਿਆਸੀ, ਵਿੱਤੀ, ਸਮਾਜੀ ਅਤੇ ਧਾਰਮਿਕ ਢੰਗਾਂ ਨਾਲ ਅਤੇ ਵਿਰੋਧੀ ਧਿਰਾਂ ਨੂੰ ਹਥਿਆਰਬੰਦ ਕੀਤਾ ਜਾਵੇ। ਅਜਿਹੇ ਹਾਦਸੇ ਕੀਤੇ ਜਾਣ ਤਾਂ ਜੋ ਆਪੋ ਵਿੱਚ ਖੂਬ ਲੜਨ, ਦੇਸ਼ ਦੀਆਂ ਹਕੂਮਤਾਂ ਤੋੜ ਦੇਣ, ਧਾਰਮਿਕ ਸੰਸਥਾਵਾਂ ਨੂੰ ਤਬਾਹ ਕਰ ਦੇਣ ਅਤੇ ਅੰਤ ਇੱਕ ਦੂਜੇ ਨੂੰ ਫਨਾਹ ਕਰ ਦੇਣ। ਇਸ ਨੇਕ ਕੰਮ ਲਈ 2000 ਕੁੱਲ ਵਕਤੀ ਰੰਗਰੂਟ ਭਰਤੀ ਕੀਤੇ ਗਏ ਸਨ, ਜਿਨ੍ਹਾਂ ਵਿੱਚ ਚੋਟੀ ਦੇ ਦਿਮਾਗ ਸਨ, ਜਿਨ੍ਹਾਂ ਦਾ ਸਬੰਧ ਕਲਾ ਅਤੇ ਸਾਹਿਤ, ਪੜ੍ਹਾਈ, ਸਿਖਲਾਈ, ਸਾਇੰਸ, ਵਿੱਤੀ ਮਹਾਰਤ ਅਤੇ ਸਨਅਤਕਾਰੀ ਦੇ ਨਾਲ ਸੀ। ਇਹ ਕੋਈ ਕਹਾਣੀ ਨਹੀਂ ਲਿਖੀ ਜਾ ਰਹੀ, ਅਜਿਹਾ ਸੱਚਮੁੱਚ ਹੋਇਆ ਹੈ। ਇਹਨਾਂ ਚੋਣਵਿਆਂ ਏਜੰਟਾਂ ਨੂੰ ਹੇਠ ਲਿਖੀਆਂ ਹਦਾਇਤਾਂ ਦਿੱਤੀਆਂ ਗਈਆਂ। ਨੰਬਰ 1, ਕੁੱਲ ਸਰਕਾਰਾਂ ਦੇ ਸਭ ਮਹਿਕਮਿਆਂ ਜਾਂ ਕੰਮਾਂ ਅੰਦਰ ਉੱਚੇ ਅਹੁਦੇਦਾਰਾਂ ਨੂੰ ਰਿਸ਼ਵਤ ਜਾਂ ਸੈਕਸ ਸੇਵਾਵਾਂ ਰਾਹੀਂ ਕਾਬੂ ਕੀਤਾ ਜਾਵੇ। ਇੱਕ ਵਾਰ ਜੋ ਝੂਠ, ਫਰੇਬ ਜਾਂ ਲਾਲਚ ਰਾਹੀਂ ਕਾਬੂ ਆ ਜਾਵੇ, ਉਸ ਨੂੰ ਹੱਥੋਂ ਨਹੀਂ ਜਾਣ ਦੇਣਾ। ਉਸ ਨੂੰ ਹਰ ਢੰਗ ਨਾਲ ਬਲੈਕਮੇਲ ਕਰਨਾ ਹੈ। ਵਿੱਤੀ ਤਬਾਹੀ ਅਤੇ ਸਮਾਜ ਦੇ ਅੰਦਰ ਭਾਂਡਾ ਫੋੜਨ ਅਤੇ ਉਸ ਦੇ ਪਰਿਵਾਰ ਨੂੰ ਮੌਤ ਦੀ ਧਮਕੀ ਦੇਣੀ ਹੈ, ਕਾਬੂ ਰੱਖਣਾ ਹੈ। ਨੰਬਰ 2, ਕਾਲਜਾਂ ਅਤੇ ਯੂਨੀਵਰਸਿਟੀਆਂ ਅੰਦਰ ਉੱਚੇ ਘਰਾਣਿਆਂ ਦੇ ਜ਼ਹੀਨ ਅੰਤਰਰਾਸ਼ਟਰੀ ਝੁਕਾਅ ਵਾਲੇ ਬੱਚਿਆਂ ਉੱਤੇ ਨਜ਼ਰ ਰੱਖੀ ਜਾਵੇ। ਉਹਨਾਂ ਅੰਦਰ ਇਹ ਭਾਵਨਾ ਭਰੀ ਜਾਵੇ ਕਿ ਜੇ ਕੁੱਲ ਦੁਨੀਆ ਦੀ ਇੱਕ ਹੀ ਸਰਕਾਰ ਹੋਵੇ ਤਾਂ ਸਭ ਝਗੜੇ, ਝਮੇਲੇ ਅਤੇ ਜੰਗਾਂ ਰੋਕੀਆਂ ਜਾ ਸਕਦੀਆਂ ਹਨ। ਉਹਨਾਂ ਦੀ ਉੱਚੀ ਸਿਖਲਾਈ ਲਈ ਵਜ਼ੀਫਿਆਂ ਦਾ ਪ੍ਰਬੰਧ ਸਾਡੇ ਵੱਲੋਂ ਕੀਤਾ ਜਾਵੇਗਾ। ਨੰਬਰ 3, ਸਾਡੇ ਫਸਾਏ ਹੋਏ ਰਸੂਖ ਵਾਲੇ ਲੋਕ ਅਤੇ ਸਾਡੇ ਵਿਦਿਆਰਥੀ, ਜਿਨ੍ਹਾਂ ਨੂੰ ਖਾਸ ਢੰਗ ਨਾਲ ਪੜ੍ਹਾਇਆ ਅਤੇ ਮਸ਼ਕਾਇਆ ਗਿਆ ਹੈ, ਇੰਜ ਵਰਤਿਆ ਜਾਵੇਗਾ। ਸਭ ਸਰਕਾਰਾਂ ਦੇ ਕੁੱਲ ਮਹਿਕਮਿਆਂ ਅੰਦਰ ਉਹ ਛੁਪੇ ਹੋਏ ਵਿਸ਼ੇਸ਼ੱਗ ਅਤੇ ਸਲਾਹਕਾਰ ਹੋਣਗੇ। ਇਸ ਢੰਗ ਦੇ ਨਾਲ ਚੋਟੀ ਦੇ ਅਫਸਰਾਂ ਤੋਂ ਅਜਿਹੀਆਂ ਨੀਤੀਆਂ ਅਪਣਾਈਆਂ ਜਾਣਗੀਆਂ ਜੋ ਸਾਡੇ ਖੁਫੀਆ ਨਿਸ਼ਾਨੇ ਵੱਲ ਤੁਰਦੀਆਂ ਜਾਣ, ਇੱਕ ਦੁਨੀਆ ਵੱਲ। ਇੰਜ ਸਭ ਪਾਸੇ ਸਰਕਾਰਾਂ ਅਤੇ ਧਰਮ ਫਨਾਹ ਹੁੰਦੇ ਜਾਣਗੇ। ਨੰਬਰ 4, ਪ੍ਰੈਸ ਉੱਤੇ ਮੁਕੰਮਲ ਜਕੜ ਬਣਾਈ ਜਾਵੇ ਤਾਂ ਜੋ ਖਬਰਾਂ ਇਸ ਢੰਗ ਨਾਲ ਪੇਸ਼ ਕੀਤੀਆਂ ਜਾਣ ਕਿ ਲੋਕ ਇਹ ਮੰਨਣਾ ਸ਼ੁਰੂ ਕਰ ਦੇਣ ਕਿ ਸਾਡੇ ਬੇਅੰਤ ਮਸਲਿਆਂ ਦਾ ਹੱਲ ਹੈ ਦੁਨੀਆ ਦੀ ਇੱਕ ਸਰਕਾਰ। ਹੁਣ ਮੈਂ ਆਪਣੀ ਗੱਲ ਕਰਦਾ ਹਾਂ। ਅਸੀਂ ਹਮਾਤੜ ਲੋਕ ਕਦੇ ਸੋਚ ਹੀ ਨਹੀਂ ਸਕਦੇ ਕਿ ਉੱਪਰ ਲਿਖੇ ਪ੍ਰੋਗਰਾਮ ਦੀ ਸੋਚ ਵਾਲੇ ਉਹ ਕਦੋਂ ਦੇ ਕਿਹੜੇ ਮਹਾਨ ਲੋਕ ਸਨ। ਦੁਨੀਆ ਦੀ ਇੱਕ ਸਰਕਾਰ ਦਾ ਪਲਾਨ 1 ਮਈ 1776 ਨੂੰ ਪੂਰਨ ਰੂਪ ਵਿੱਚ ਉਲੀਕਿਆ ਗਿਆ ਸੀ। ਇਸ ਜਮਾਤ ਸੰਸਥਾ ਦਾ ਨਾਂ ਸੀ ਇਲੂਮੀਨਾਟੀ, ਭਾਵ ਰੌਸ਼ਨ ਦਿਮਾਗ। ਇਸ ਦਾ ਨਜ਼ਰਾਂ ਸਾਹਮਣੇ ਆਇਆ ਕਰਤਾ ਸੀ ਐਡਮ ਵਿਸ਼ੂਪਤ। ਐਡਮ ਵਿਸ਼ੂਪਤ ਨੂੰ ਅੱਗੇ ਲਾਉਣ ਵਾਲਾ ਸੀ ਇੱਕ ਚਤੁਰ ਜਰਮਨ ਬੈਂਕਰ, ਮਾਇਰ ਰੌਥਚਾਈਲਡ। ਇਸ ਨੇ ਫਰੈਂਕਫਰਟ, ਜਰਮਨੀ ਅੰਦਰ ਆਪਣੇ ਨਾਂ ਦਾ ਬੈਂਕ ਚਲਾਇਆ ਹੋਇਆ ਸੀ। ਇਸ ਦੇ 5 ਪੁੱਤਰ ਸਨ ਜੋ ਸਭ ਬੈਂਕਿੰਗ ਵਪਾਰ ਵਿੱਚ ਖਿਲਾਰ ਦਿੱਤੇ ਗਏ। ਅੱਜ ਕੁੱਲ ਦੇਸ਼ਾਂ ਨੂੰ ਛੱਡ ਕੇ ਦੁਨੀਆ ਦੇ ਕੁੱਲ ਦੇਸ਼ ਰੌਥਚਾਈਲਡ ਬੈਂਕ ਦੀ ਮਾਰ ਹੇਠ ਹਨ। ਇਸ ਵੇਲੇ ਖਬਰ ਹੈ ਕਿ ਭਾਰਤ ਦੇ ਅੰਦਰ ਇਸ ਦੀਆਂ ਸ਼ਾਖਾਵਾਂ ਦਿੱਲੀ ਅਤੇ ਮੁੰਬਈ ਅੰਦਰ ਹਨ। ਹੁਣ ਰੌਥਚਾਈਲਡ ਪਿਛੋਕੜ ਜਾਣਨ ਦੀ ਕੋਸ਼ਿਸ਼ ਕਰਾਂਗੇ। ਰੌਥਚਾਈਲਡ ਬੈਂਕ ਸੰਸਥਾ ਅਤੇ ਚਾਨਣ ਬਰਦਾਰਾਂ ਦੇ 2.5 ਸਦੀਆਂ ਦੇ ਮਹਾਨ ਕਾਰਨਾਮਿਆਂ ਦਾ ਵਰਣਨ ਕਰਨ ਲਈ ਤਾਂ ਕਈ ਯੂਨੀਵਰਸਿਟੀਆਂ ਦੇ ਸੈਂਕੜੇ ਸਾਲ ਲੱਗ ਜਾਣਗੇ। ਅੱਜ ਇੰਨਾ ਹੀ ਕਹਿਣਾ ਕਾਫੀ ਹੋਵੇਗਾ ਕਿ ਲੰਬੇ ਅਰਸੇ ਤੋਂ ਦੁਨੀਆ ਰੌਥਚਾਈਲਡਾਂ ਦੇ ਹੱਥ ਵਿੱਚ ਰਹੀ ਹੈ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਕਈ ਪੱਖਾਂ ਉੱਤੇ ਅਸਰਦਾਰ ਹੈ। ਰੌਥਚਾਈਲਡ ਕਹਿੰਦੇ ਹਨ ਕਿ ਉਹ ਯਹੂਦੀ ਹਨ, ਪਰ ਅਸਲ ਵਿੱਚ ਉਹ ਖਜ਼ਾਰ ਹਨ ਅਤੇ ਖਜ਼ਾਰੀਆ ਦੇਸ਼ ਤੋਂ ਹਨ। ਇਹ ਦੇਸ਼ ਕੈਸਪੀਅਨ ਸਮੁੰਦਰ ਅਤੇ ਕਾਲੇ ਸਮੁੰਦਰ ਵਿਚਕਾਰ ਸੀ। ਅੱਜ ਕੱਲ੍ਹ ਇਸ ਇਲਾਕੇ ਦਾ ਨਾਂ ਹੈ ਜਾਰਜੀਆ। ਪਿਛਲੇ ਹੀ ਸਾਲ 2008 ਜਾਰਜੀਆ ਅਤੇ ਰੂਸ ਵਿਚਾਲੇ ਫੌਜੀ ਝੜਪ ਹੋਈ ਸੀ। ਸ਼ਾਇਦ ਤੁਹਾਨੂੰ ਯਾਦ ਹੋਵੇਗਾ। ਕੁੱਲ 1000 ਲੋਕਾਂ ਨੇ
1740 ਈਸਵੀ ਵਿੱਚ ਆਪਣੇ ਬਾਦਸ਼ਾਹ ਦੇ ਹੁਕਮ ਹੇਠਾਂ ਆਪਣੇ ਆਪ ਨੂੰ ਯਹੂਦੀ ਅਖਵਾਉਣਾ ਸ਼ੁਰੂ ਕਰ ਦਿੱਤਾ। ਇੰਜ ਉਸਨੇ ਉੱਤਰ ਵੱਲੋਂ ਰੂਸੀ, ਈਸਾਈ ਤੇ ਦੱਖਣ ਵੱਲੋਂ ਇਸਲਾਮੀ ਦਬਾਅ ਪੈਦਾ ਵੇਖ ਕੇ ਕੀਤਾ। ਉਂਝ ਖਜ਼ਾਰਾਂ ਦਾ ਯਹੂਦੀ ਮਤ ਨਾਲ ਦੂਰੋਂ ਪਾਰੋਂ ਵੀ ਰਿਸ਼ਤਾ ਨਹੀਂ ਸੀ। 90% ਲੋਕ ਜੋ ਆਪਣੇ ਆਪ ਨੂੰ ਯਹੂਦੀ ਅਖਵਾਉਂਦੇ ਹਨ ਦਰਅਸਲ ਖਜ਼ਾਰੀ ਹਨ। ਉਹ ਆਪਣੇ ਆਪ ਨੂੰ ਅਕਸ਼ਨਾਜੀ ਯਹੂਦੀ ਅਖਵਾ ਕੇ ਰਾਜ਼ੀ ਹਨ। ਇਹ ਲੋਕ ਇਜ਼ਰਾਈਲ ਦੀ ਧਰਤੀ ਦਾ ਦਾਅਵਾ ਕਰਦੇ ਹਨ, ਜਦ ਕਿ ਇਹਨਾਂ ਦਾ ਅਸਲ ਘਰ 800 ਮੀਲ ਦੂਰ ਜਾਰਜੀਆ ਹੈ। ਸਭ ਇਸਰਾਈਲੀ ਪ੍ਰਧਾਨ ਮੰਤਰੀ ਅਕਸ਼ਨਾਜੀ ਯਹੂਦੀ ਸਨ। ਇਹਨਾਂ ਨੇ ਜਾਣ-ਬੁੱਝ ਕੇ ਝੂਠ ਅਤੇ ਮਕਾਰੀ ਨਾਲ ਪੱਛਮੀ ਦੇਸ਼ਾਂ ਕੋਲੋਂ ਉਹਨਾਂ ਦੇ ਅੰਦਰ ਵੀ ਇਹਨਾਂ ਦੇ ਆਪਣੇ ਕਰਿੰਦੇ ਅਤੇ ਸਹਿਯੋਗੀ ਬੈਠੇ ਹੋਏ ਸਨ, ਯਹੂਦੀਆਂ ਦੀ ਮਾਂ ਧਰਤੀ ਦੀ ਮੰਗ ਕੀਤੀ ਅਤੇ ਮਨਵਾ ਲਈ। ਉਦੋਂ ਸਾਡੇ ਇੱਥੇ ਤੀਰਾਂ ਤਲਵਾਰਾਂ ਦੀ ਜੰਗ ਹੁੰਦੀ ਸੀ, ਜਦੋਂ ਚਾਨਣ ਬਰਦਾਰਾਂ ਨੇ ਧਰਤੀ ਉੱਤੇ ਛਾ ਜਾਣਾ ਸ਼ੁਰੂ ਕੀਤਾ ਸੀ। ਉਹਨਾਂ ਦਾ ਆਖਰੀ ਟੀਚਾ ਸੀ ਜੋ ਉਦੋਂ ਸੀ ਉਹੀ ਹੁਣ ਹੈ। ਕੁੱਲ ਧਰਤੀ ਦੀ ਵਾਗਡੋਰ। ਕਈ ਰਾਜੇ ਆਏ, ਸਾਮਰਾਜ ਆਏ, ਚਲੇ ਗਏ, ਡਿਕਟੇਟਰ ਆਏ ਤੇ ਟੁੱਟ ਗਏ, ਵਿਸ਼ਵ ਜੰਗਾਂ ਹੋਈਆਂ ਤੇ ਮੁੱਕੀਆਂ। ਹਰ ਵਾਰ ਚਾਨਣ ਬਰਦਾਰਾਂ ਦੀ ਸ਼ਕਤੀ ਵਿੱਚ ਵਾਧਾ ਹੀ ਹੋਇਆ ਹੈ। ਹਰ ਤਾਕਤਵਰ ਹਕੂਮਤ ਦੇ ਅੰਦਰ ਉਹੀ ਉਹ, ਜੰਗ ਦੇ ਇਸ ਪਾਸੇ ਅਤੇ ਉਸ ਪਾਸੇ ਉਹੀ ਉਹ, ਧਰਮੀਆਂ ਵੱਲ ਉਹ, ਅਧਰਮੀਆਂ ਵੱਲ ਵੀ ਉਹ, ਲਹੂ ਵਹਾਉਂਦਿਆਂ ਵੱਲ ਉਹ ਤੇ ਲਹੂ ਕੱਢਦਿਆਂ ਵੱਲ ਵੀ ਉਹ। ਜਿੰਨੀ ਤਬਾਹੀ ਓਨੇ ਹੀ ਚਾਨਣ ਬਰਦਾਰਾਂ ਦੀ ਚੜ੍ਹਾਈ। ਨਿੱਕੇ ਨਿੱਕੇ ਬਾਤ ਦੇ ਬਤੰਗੜ ਬਣਾਉਣ ਵਾਲੇ ਪੱਤਰਕਾਰ, ਟਿੱਪਣੀਕਾਰ ਅਤੇ ਸਾਹਿਤਕਾਰ, ਉਹਨਾਂ ਦਾ ਕੀ ਦੋਸ਼ ਜਿਨ੍ਹਾਂ ਨੂੰ ਨਹੀਂ ਹੋਸ਼ ਧਰਤੀ ਦੇ ਉੱਤੇ ਗ੍ਰਹਿਣ ਦੀ। ਜਦੋਂ ਉਹੀ ਸ਼ਿਕਾਰ ਹਨ ਨਾਵਾਕਬੀ ਅਤੇ ਕੁਖਬਰਾਂ ਦੀ ਬੁਛਾੜ ਦੇ, ਤਾਂ ਉਹਨਾਂ ਦੀਆਂ ਕਲਮਾਂ ਨੇ ਕੀ ਲਿਖਣਾ। ਅੱਜ ਤਾਂ ਵਿਸ਼ਵ ਦੇ ਬਹੁਤ ਤੇਰੇ ਹਿੱਸੇ ਵਿੱਚ ਟੀਵੀ ਦੇ ਉੱਪਰ ਵੀ ਮੁਕੰਮਲ ਜਕੜ ਹੈ ਚਾਨਣ ਬਰਦਾਰਾਂ ਦੀ, ਸਮੇਤ ਸਾਡੇ ਦੇਸ਼ ਦੇ ਅਕਸਨਾਦੀ ਯਹੂਦੀ ਖੂਨ ਦੇ ਅੰਸ਼ ਬੇਅੰਤ ਯੂਰਪੀ ਸ਼ਾਹੀ ਘਰਾਣਿਆਂ ਦੇ ਅੰਦਰ ਅਤੇ ਬਹੁਤ ਅਮੀਰ ਖਾਨਦਾਨਾਂ ਦੇ ਅੰਦਰ ਹਨ। ਪਰ ਰਾਉਥਚਾਈਲਡ ਦੇ ਪਾਸਕੂ ਤੋਂ ਵੀ ਉੱਪਰ ਕੋਈ ਵੀ ਨਹੀਂ। ਰਾਉਥਚਾਈਲਡਾਂ ਨੇ ਇੰਨਾ ਉੱਚਾ ਰਤਬਾ ਝੂਠ, ਤੋੜ ਭੰਨ ਅਤੇ ਕਤਲਾਂ ਰਾਹੀਂ ਪ੍ਰਾਪਤ ਕੀਤਾ ਹੈ। ਵੇਖੀਏ ਇੰਜ ਕਿਵੇਂ ਸੰਭਵ ਹੋਇਆ। ਸੰਖੇਪ ਵਿੱਚ ਇੰਜ ਹੈ, ਸੈਂਕੜੇ ਸਾਲ ਪਹਿਲਾਂ ਅਕਸ਼ਨਾਜੀ ਯਹੂਦੀ ਜਿਸ ਦੇਸ਼ ਵਿੱਚ ਵੀ ਜਾਂਦੇ ਆਪਣਾ ਨਾਂ ਅਤੇ ਤੌਰ ਤਰੀਕੇ ਹਾਕਮ ਜਮਾਤ ਨਾਲ ਮਿਲਾ ਕੇ ਤਰੱਕੀ ਕਰਦੇ ਸਨ, ਜਦ ਕਿ ਅੰਦਰੋਂ ਦੂਰ ਬੈਠੇ ਖਿਰਾਜ਼ੀ ਮਾਲਕਾਂ ਲਈ ਕੰਮ ਕਰਦੇ ਸਨ। ਰਾਉਥਚਾਈਲਡ ਦਾ ਵੀ ਇਹੀ ਰਸਤਾ ਸੀ। ਸਭ ਰਾਉਥਚਾਈਲਡ ਚੋਖੇ ਬੱਚੇ ਪੈਦਾ ਕਰਦੇ ਸਨ ਤਾਂ ਜੋ ਉਹਨਾਂ ਨੂੰ ਜਦੋਂ ਵੀ ਜਿੱਥੇ ਵੀ ਲੋੜ ਪਵੇ ਸ਼ਕਤੀ ਦੀਆਂ ਕੁਰਸੀਆਂ 'ਤੇ ਤਾਇਨਾਤ ਕੀਤਾ ਜਾ ਸਕੇ। ਬੜੇ ਹੋਰ ਲੋਕਾਂ ਦੇ ਨਾਂ ਰਾਉਥਚਾਈਲਡ ਹੋ ਸਕਦੇ, ਪਰ ਉਹਨਾਂ ਦਾ ਉਸ ਰਾਉਥਚਾਈਲਡ ਘਰਾਣੇ ਨਾਲ ਸੰਬੰਧ ਨਹੀਂ ਹੋ ਸਕਦਾ ਜਿਸ ਦੀ ਗੱਲ ਕਰਨ ਲੱਗੇ ਹਾਂ। ਸ਼ਹਿਰ ਫਰੈਂਕਫਰਟ, ਜਰਮਨੀ 1743 ਵਿੱਚ ਅਕਸ਼ਨਾਜੀ ਯਹੂਦੀ ਮੋਸਜ਼ ਬਾਰ, ਜੋ ਪੈਸੇ ਲੈਣ ਦੇਣ ਭਾਵ ਸ਼ਾਹੂਕਾਰਾਂ ਦਾ ਕੰਮ ਕਰਦਾ ਸੀ, ਉਸਨੇ ਆਪਣੇ ਘਰ ਦੇ ਉੱਤੇ 6 ਨੁੱਕਰਾ ਲਾਲ ਨਿਸ਼ਾਨ ਬਣਾਇਆ। 200 ਸਾਲ ਪਿੱਛੋਂ ਇਹੀ ਨਿਸ਼ਾਨ ਰਾਉਥਚਾਈਲਡ ਦੇ ਇਸ਼ਾਰੇ ਉੱਤੇ ਇਜ਼ਰਾਈਲ ਦੇ ਝੰਡੇ ਉੱਪਰ ਲੱਗਿਆ। ਬਾਰ ਨੇ ਆਪਣੇ ਪਿਤਾ ਦੇ ਮਰਨ ਉਪਰੰਤ ਆਪਣਾ ਨਾਮ ਰੱਖਿਆ ਰਾਉਥਚਾਈਲਡ, ਜਿਸ ਦਾ ਜਰਮਨ ਭਾਸ਼ਾ ਅੰਦਰ ਮਤਲਬ ਹੈ ਲਾਲ ਨਿਸ਼ਾਨ। ਇਸ ਰਾਉਥਚਾਈਲਡ ਨੇ ਸ਼ਾਹੀ ਘਰਾਣਿਆਂ ਨੂੰ ਫੌਜਾਂ ਖੜੀਆਂ ਕਰਨ ਅਤੇ ਦੂਜੇ ਦੇਸ਼ਾਂ ਵਿੱਚੋਂ ਮੁਹਿੰਮਾਂ ਉੱਤੇ ਭੇਜਣ ਲਈ ਕਰਜ਼ੇ ਦੇਣੇ ਸ਼ੁਰੂ ਕੀਤੇ। ਇਸ ਦੇ ਉਪਰੰਤ ਵੱਡੇ ਜਰਨੈਲਾਂ ਨੂੰ ਸਸਤੇ ਮੁੱਲ ਉੱਤੇ ਕੀਮਤੀ ਗਹਿਣੇ ਵੇਚਣ ਦਾ ਖੇਖਣ ਕਰਕੇ ਉਹ ਉਹਨਾਂ ਦੇ ਰਾਜਿਆਂ ਤੱਕ ਪਹੁੰਚ ਗਿਆ। 1769 ਵਿੱਚ ਜਰਮਨ ਰਾਜਕੁਮਾਰ ਤੋਂ ਆਗਿਆ ਲੈ ਕੇ ਉਸ ਨੇ ਆਪਣੀ ਕਾਰੋਬਾਰੀ ਇਮਾਰਤ ਦੇ ਬਾਹਰ ਲਿਖਵਾਇਆ, M.A. ਰਾਉਥਚਾਈਲਡ, ਹਿਜ਼ ਹਾਈਨੈਸ ਪ੍ਰਿੰਸ ਵਿਲੀਅਮ ਦਾ ਥਾਪਿਆ ਹੋਇਆ। ਰਾਜ ਘਰਾਣਿਆਂ ਨਾਲ ਵਪਾਰ ਦੀ ਖਾਸੀਅਤ ਇਹ ਸੀ ਕਿ ਇੱਕ ਤਾਂ ਉਹ ਬਹੁਤ ਭਾਰੀ ਰਕਮ ਦਾ ਹੁੰਦਾ ਸੀ, ਦੂਜਾ ਰਕਮ ਦੇ ਡੁੱਬ ਜਾਣ ਦੀ ਕੋਈ ਸਮੱਸਿਆ ਨਹੀਂ ਸੀ। 1776 ਵਿੱਚ ਜਿਵੇਂ ਪਹਿਲਾਂ ਦੱਸ ਆਇਆ ਹਾਂ, ਇਲਮਿਨਾਟੀ ਭਾਵ ਚਾਨਣ ਬਰਦਾਰ ਵੱਲੋਂ ਛਲ ਕਪਟ ਨਾਲ ਕੁੱਲ ਦੁਨੀਆ ਨੂੰ ਆਪਣੀ ਮੁੱਠੀ ਵਿੱਚ ਲਿਆਉਣ ਦਾ ਟੀਚਾ ਬਣਾਇਆ ਗਿਆ।
ਐਡਮ ਵਿਸ਼ੂਪਤ ਤੇ ਏਜੰਟ 32 ਫ੍ਰੀਮੇਨਸ ਘਰਾਂ ਅੰਦਰ ਘੁਸ ਗਏ ਅਤੇ ਦੁਨੀਆ ਦੇ ਕੁੱਲ ਮੈਸਾਨਿਕ ਲਾਜ਼ਾਂ ਨੂੰ ਕਾਬੂ ਵਿੱਚ ਲੈ ਲਿਆ, ਜਿੱਥੇ ਰਾਉਥਚਾਈਲਡ ਦਾ ਫਲਸਫਾ ਹੁਣ ਤੱਕ ਚੱਲਦਾ ਹੈ। ਫ੍ਰੀਮੇਨਜ਼ ਇੱਕ ਨਹਾਇਤ ਸ਼ਕਤੀਸ਼ਾਲੀ ਸੰਸਥਾ ਹੈ। ਇਸ ਦਾ ਕੁੱਲ ਕੰਮਕਾਜ ਖੁਫੀਆ ਢੰਗ ਨਾਲ ਹੁੰਦਾ ਸੀ ਅਤੇ ਹੈ। 1777 ਵਿੱਚ ਚਾਨਣ ਬਰਦਾਰਾਂ ਦਾ ਭੇਦ ਕਿਸੇ ਹਾਦਸੇ ਪਿੱਛੋਂ ਖੁੱਲ੍ਹ ਗਿਆ। ਇਸ ਪਿੱਛੇ ਬਾਵੇਰੀਆ ਦੀ ਸਰਕਾਰ ਨੇ ਇਹਨਾਂ ਦੀ ਸਾਜ਼ਿਸ਼ ਲਿਖਤੀ ਰੂਪ ਵਿੱਚ ਛਾਪ ਕੇ ਦੇਸ਼ ਨਿਕਾਲਾ ਦੇ ਦਿੱਤਾ। ਬਾਵੇਰੀਆ ਵੱਲੋਂ ਯੂਰਪ ਦੇ ਕੁੱਲ ਦੇਸ਼ਾਂ ਨੂੰ ਪੱਤਰ ਭੇਜੇ ਗਏ, ਜਿਹੜੇ ਮੰਦੇ ਭਾਗਾਂ ਨੂੰ ਅਣਗੌਲੇ ਕੀਤੇ ਗਏ। 1799 ਤੋਂ 1799 ਤੱਕ ਫ੍ਰੈਂਚ ਇਨਕਲਾਬ ਪਿੱਛੇ ਵੀ ਚਾਨਣ ਬਰਦਾਰ ਸੀ। ਇੱਕ ਨਵਾਂ ਸੰਵਿਧਾਨ ਪਾਸ ਕੀਤਾ ਗਿਆ, ਜਿਸ ਵਿੱਚ ਚਰਚ ਨੂੰ ਟੈਕਸ ਇਕੱਠੇ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਗਈ। ਜਾਰਜ ਵਾਸ਼ਿੰਗਟਨ ਦੀ ਵਜ਼ਾਰਤ ਵਿੱਚ ਹੈਮਿਲਟਨ ਰਾਹੀਂ, ਜੋ ਰਾਉਥਚਾਈਲਡ ਦਾ ਆਪਣਾ ਬੰਦਾ ਸੀ, ਅਮਰੀਕਾ ਦਾ ਪਹਿਲਾ ਬੈਂਕ ਖੋਲ੍ਹਣ ਦੀ ਆਗਿਆ ਮਿਲ ਗਈ, ਪਰ ਕੇਵਲ 20 ਸਾਲਾਂ ਵਾਸਤੇ। ਰਾਉਥਚਾਈਲਡ 1791 ਵਿੱਚ ਲਿਖਦਾ ਹੈ, ਮੈਂ ਹੀ ਦੇਸ਼ ਦੀ ਕਰੰਸੀ ਬਣਾਵਾਂਗਾ ਅਤੇ ਵੰਡਾਂਗਾ। ਮੈਨੂੰ ਇਹ ਪਰਵਾਹ ਨਹੀਂ ਕਿ ਦੇਸ਼ ਦੇ ਕਾਨੂੰਨ ਕੌਣ ਲਿਖਦਾ ਹੈ। 1798 ਵਿੱਚ ਉਸ ਦਾ 21 ਸਾਲਾ ਬੇਟਾ ਨਾਰਥ ਰਾਉਥਚਾਈਲਡ ਪਿਤਾ ਦੀ ਬੇਅੰਤ ਦੌਲਤ ਨਾਲ ਲੰਡਨ, ਇੰਗਲੈਂਡ ਅੰਦਰ ਬੈਂਕ ਵਪਾਰ ਸ਼ੁਰੂ ਕਰ ਲੈਂਦਾ ਹੈ। 1806 ਵਿੱਚ ਨੈਪੋਲੀਅਨ ਤੋਂ ਧਮਕੀ ਦਵਾਈ ਗਈ ਕਿ ਉਹ ਪ੍ਰਿੰਸ ਵਿਲੀਅਮ ਨੂੰ ਮਿਟਾ ਦੇਵੇਗਾ। ਪ੍ਰਿੰਸ ਵਿਲੀਅਮ ਜਰਮਨੀ ਤੋਂ ਡੈਨਮਾਰਕ ਭੱਜ ਜਾਂਦਾ ਹੈ ਅਤੇ ਆਪਣੇ 30 ਲੱਖ ਡਾਲਰ, ਕਾਗਜ਼ੀ ਡਾਲਰ ਨਹੀਂ, ਇੰਨੇ ਮੁੱਲ ਬਰਾਬਰ ਦਾ ਸੋਨਾ ਆਦਿ ਰਾਉਥਚਾਈਲਡ ਨੂੰ ਸੰਭਾਲ ਜਾਂਦਾ ਹੈ। ਅੱਜ ਦੇ ਹਿਸਾਬ ਇਸ ਨਕਦੀ ਦਾ ਘੱਟੋ ਘੱਟ ਮੁੱਲ ਹੋਵੇਗਾ 23 ਕਰੋੜ ਡਾਲਰ। 1810 ਵਿੱਚ ਦੋ ਬੈਂਕਰਾਂ ਦੇ ਮਰਵਾਏ ਪਿੱਛੋਂ ਨਾਰਥ ਰਾਉਥਚਾਈਲਡ ਇੰਗਲੈਂਡ ਦਾ ਇੱਕੋ ਇੱਕ ਬੈਂਕਰ ਰਹਿ ਜਾਂਦਾ ਹੈ। ਉਹ ਵਿਆਨਾ, ਆਸਟਰੀਆ ਅੰਦਰ ਇੱਕ ਹੋਰ ਬੈਂਕ ਖੋਲ੍ਹ ਦਿੰਦਾ ਹੈ। 1811 ਵਿੱਚ ਅਮਰੀਕਾ ਅੰਦਰ ਪਹਿਲੇ ਬੈਂਕ ਦੀ ਬੁਨਿਆਦ ਪੁੱਗ ਜਾਂਦੀ ਹੈ। ਅਮਰੀਕੀ ਸੈਨੇਟ ਵੱਲੋਂ ਅੱਗੋਂ ਲਈ ਮਨਜ਼ੂਰੀ ਖੋਹ ਲਈ ਜਾਂਦੀ ਹੈ, ਜੋ ਨਾਥਨ ਰਾਉਥਚਾਈਲਡ ਨੂੰ ਨਾਗਵਾਰ ਲੱਗਦੀ ਹੈ। ਕਹਿੰਦਾ ਹੈ, ਜਾਂ ਤਾਂ ਮੇਰੀ ਮਨਜ਼ੂਰੀ ਕਾਇਮ ਰਹੇਗੀ, ਨਹੀਂ ਤਾਂ ਮੈਂ ਕਿਸੇ ਭਿਅੰਕਰ ਜੰਗ ਵਿੱਚ ਫਸਾ ਦੇਵਾਂਗਾ। ਇਹਨਾਂ ਖੋਤੇ ਅਮਰੀਕਾ ਨੂੰ ਸਬਕ ਸਿਖਾ ਕੇ ਇੱਕ ਬਸਤੀ ਦਾ ਦਰਜਾ ਦਿਵਾ ਦੇਵਾਂਗਾ। ਨਤੀਜਾ ਇਹ ਹੋਇਆ ਕਿ ਰਾਉਥਚਾਈਲਡ ਪੈਸੇ ਨਾਲ ਨਾਥਨ ਰਾਉਥਚਾਈਲਡ ਦੇ ਉਕਸਾਉਣ ਉੱਤੇ ਬਰਤਾਨੀਆ ਨੇ ਅਮਰੀਕਾ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ। ਇਹਨਾਂ ਦਿਨਾਂ ਉਸ ਦਾ ਪਿਤਾ ਮਾਇਰ ਰਾਉਥਚਾਈਲਡ ਗੁਜ਼ਰ ਜਾਂਦਾ ਹੈ। ਮਰਨ ਉਪਰੰਤ ਉਹ ਹੇਠ ਲਿਖੀਆਂ ਹਦਾਇਤਾਂ ਛੱਡ ਜਾਂਦਾ ਹੈ। ਨੰਬਰ 1, ਰਾਉਥਚਾਈਲਡ ਵਪਾਰ ਵਿੱਚ ਕੇਵਲ ਨਰ ਬੱਚੇ ਹੀ ਹਿੱਸਾ ਲੈਣਗੇ, ਸਮੇਤ ਇੱਕ ਖੁਫੀਆ ਹਰਾਮ ਬੱਚਾ, ਕੁੱਲ 6। 5 ਧੀਆਂ ਸਨ, ਜਿਨ੍ਹਾਂ ਦੀ ਬੇਅੰਤ ਔਲਾਦ ਅੱਜ ਹਰ ਪਾਸੇ ਖਿਲਰੀ ਹੋਵੇਗੀ, ਪਰ ਉਹਨਾਂ ਦਾ ਨਾਂ ਰਾਉਥਚਾਈਲਡ ਨਹੀਂ ਹੈ। ਨੰਬਰ 2, ਉਸ ਦੀ ਜਾਇਦਾਦ ਦਾ ਵੇਰਵਾ ਕਦੇ ਨਹੀਂ ਦੱਸਿਆ ਜਾਵੇਗਾ। ਨੰਬਰ 3, ਸਭ ਤੋਂ ਵੱਡਾ ਬੱਚਾ ਘਰ ਦਾ ਮੁਖੀ ਹੋਵੇਗਾ। ਨਾਥਨ ਰਾਉਥਚਾਈਲਡ ਇੰਜ ਮੁਖੀਆ ਬਣ ਗਿਆ। ਇੱਕ ਬੈਂਕ ਫਰਾਂਸ ਵਿੱਚ ਖੋਲ੍ਹਿਆ ਜਾਂਦਾ ਹੈ। ਪ੍ਰਿੰਸ ਵਿਲੀਅਮ ਦਾ ਪੈਸਾ ਕਦੇ ਵਾਪਸ ਨਹੀਂ ਹੋਇਆ। ਇਹ ਪੈਸਾ ਉਸਨੇ ਈਸਟ ਇੰਡੀਆ ਕੰਪਨੀ, ਜ਼ਰਾ ਕੰਨ ਖੜੇ ਕਰ ਲਵੋ ਜੀ, ਵਿੱਚ ਲਗਾ ਦਿੱਤਾ। ਕਈ ਢੰਗਾਂ ਨਾਲ ਇਸ ਵਿੱਚ ਬੇਅੰਤ ਲਾਭ ਹੋਇਆ। 1815 ਪੰਜੇ ਰਾਉਥਚਾਈਲਡ ਭਰਾਵਾਂ ਨੇ ਇੰਗਲੈਂਡ ਅੰਦਰ ਵੈਲਿੰਗਟਨ ਦੀ ਫੌਜ ਅਤੇ ਫਰਾਂਸ ਅੰਦਰ ਨੈਪੋਲੀਅਨ ਦੀ ਫੌਜ ਨੂੰ ਸੋਨਾ ਦੇ ਕੇ ਲੜਾਈ ਲਈ ਤਿਆਰ ਕੀਤਾ। ਜੰਗਾਂ ਕਰਾਉਣੀਆਂ ਨਹਾਇਤ ਲਾਭਦਾਇਕ ਹਨ, ਕਿਉਂਕਿ ਇਹ ਪਹਿਲਾਂ ਹੀ ਲਿਖਵਾਇਆ ਜਾਂਦਾ ਹੈ ਕਿ ਜੇਤੂ ਨੂੰ ਹਾਰੇ ਹੋਏ ਦੇ ਕਰਜ਼ਿਆਂ ਦਾ ਭੁਗਤਾਨ ਵੀ ਕਰਨਾ ਪਵੇਗਾ। ਇੰਜ ਰਾਉਥਚਾਈਲਡ ਲੜਦੀਆਂ ਫੌਜਾਂ ਦੇ ਦੋਵੇਂ ਪਾਸੇ ਸਨ। ਇਹਨਾਂ ਦੇ ਆਪਣੇ ਨਹਾਇਤ ਤੇਜ਼ ਰਫ਼ਤਾਰ ਹਰਕਾਰੇ ਸਨ, ਜੋ ਦੋਹਾਂ ਪਾਸਿਆਂ ਤੋਂ ਖਬਰਾਂ ਦੇ ਮੁਆਮਲੇ ਵਿੱਚ ਇੱਕ ਕਦਮ ਅੱਗੇ ਰਹਿੰਦੇ ਸਨ। ਕੇਵਲ ਰਾਉਥਚਾਈਲਡ ਹਰਕਾਰਿਆਂ ਨੂੰ ਦੋਵੇਂ ਪਾਸੇ ਫੌਜਾਂ ਵਿੱਚੋਂ ਲੰਘ ਜਾਣ ਦਾ ਹੱਕ ਮਿਲਿਆ ਹੋਇਆ ਸੀ, ਹੋਰ ਕਿਸੇ ਵਪਾਰੀ ਅਦਾਰੇ ਨੂੰ ਨਹੀਂ। ਵਾਟਰਲੂ ਦੀ ਜੰਗ ਵੇਲੇ ਇਹਨਾਂ ਸਮਝੌਤਿਆਂ ਅਤੇ ਸ਼ਰਤਾਂ ਦਾ ਨਤੀਜਾ ਇਹ ਹੋਇਆ
ਕਿ ਨਾਥਨ ਰਾਉਥਚਾਈਲਡ ਨੂੰ ਵੈਲਿੰਗਟਨ ਦੇ ਭੇਜੇ ਹੋਏ ਹਰਕਾਰੇ ਦੇ ਪਹੁੰਚਣ ਤੋਂ 24 ਘੰਟੇ ਪਹਿਲਾਂ ਖਬਰ ਮਿਲ ਗਈ ਕਿ ਵਾਟਰਲੂ ਦੀ ਜੰਗ ਵਿੱਚ ਨੈਪੋਲੀਅਨ ਹਾਰ ਗਿਆ ਹੈ। ਉਹਨਾਂ ਸਮਿਆਂ ਵਿੱਚ ਲੰਡਨ ਸਟਾਕ ਐਕਸਚੇਂਜ ਵਿੱਚ ਬ੍ਰਿਟਿਸ਼ ਬਾਂਡ ਕੌਂਸਲ ਕਹੇ ਜਾਂਦੇ ਸਨ। ਖਬਰ ਮਿਲਦਿਆਂ ਹੀ ਨਾਥਨ ਰਾਉਥਚਾਈਲਡ ਨੇ ਆਪਣੇ ਏਜੰਟਾਂ ਰਾਹੀਂ ਆਪਣੇ ਕੌਂਸਲ ਧੜਾ ਧੜ ਵੇਚਣੇ ਸ਼ੁਰੂ ਕਰ ਦਿੱਤੇ। ਸਾਰੇ ਵਪਾਰੀਆਂ ਨੂੰ ਜਾਪਿਆ ਕਿ ਬ੍ਰਿਟਨ ਦੀ ਹਾਰ ਹੋ ਗਈ ਹੈ। ਉਹਨਾਂ ਨੇ ਆਪਣੇ ਕੌਂਸਲ ਐਕਸਚੇਂਜ ਵਿੱਚ ਕੌਡੀਆਂ ਦੇ ਭਾਅ ਸੁੱਟ ਦਿੱਤੇ। ਜਿਉਂ ਹੀ ਕੌਂਸਲ ਧੁਰ ਥੱਲੇ ਪਹੁੰਚੇ, ਰਾਉਥਚਾਈਲਡ ਦੇ ਏਜੰਟਾਂ ਜਿੰਨੇ ਹੱਥ ਆਏ ਧੜਾ ਧੜ ਫਿਰ ਖਰੀਦ ਲਏ। ਜਿਉਂ ਹੀ ਅਗਲੇ ਦਿਨ ਬ੍ਰਿਟਿਸ਼ ਜਿੱਤ ਦੀ ਖਬਰ ਆਈ, ਕੌਂਸਲ ਵਾਪਸ ਹੀ ਨਹੀਂ ਉਸ ਤੋਂ ਵੀ ਕਿਤੇ ਉੱਪਰ ਪਹੁੰਚ ਗਏ। ਨਾਥਨ ਰਾਉਥਚਾਈਲਡ ਦੀ ਇੱਕ ਦੀ ਖਰੀਦ 20 ਦੀ ਹੋ ਕੇ ਮੁੜੀ। ਇਸ ਤਰ੍ਹਾਂ ਬ੍ਰਿਟਨ ਦੇ ਉੱਤੇ ਰਾਉਥਚਾਈਲਡ ਦਾ ਕੁੱਲ ਵਿੱਤੀ ਕੰਟਰੋਲ ਹੋ ਗਿਆ। ਇੱਕੋ ਇੱਕ ਬੈਂਕ ਆਫ ਇੰਗਲੈਂਡ ਬਣਿਆ ਜੋ ਨਾਥਨ ਰਾਉਥਚਾਈਲਡ ਦੇ ਹੱਥ ਸੀ। 1815 ਵਿੱਚ ਨਾਥਨ ਰਾਉਥਚਾਈਲਡ ਨੇ ਇਹ ਮਸ਼ਹੂਰ ਬਿਆਨ ਦਿੱਤਾ, ਮੈਨੂੰ ਕੋਈ ਪਰਵਾਹ ਨਹੀਂ ਕਿ ਕਿਹੜੀ ਕਾਠਪੁਤਲੀ ਇੰਗਲੈਂਡ ਦੇ ਤਖ਼ਤ 'ਤੇ ਬੈਠਦੀ ਹੈ, ਜਿਸ ਦੇ ਸਾਮਰਾਜ ਵਿੱਚ ਕਦੇ ਸੂਰਜ ਅਸਤ ਨਹੀਂ ਹੁੰਦਾ। ਜੋ ਸ਼ਖਸ ਪੈਸੇ ਦੀ ਸਪਲਾਈ ਕੰਟਰੋਲ ਕਰਦਾ ਹੈ ਉਹੀ ਬ੍ਰਿਟਿਸ਼ ਸਾਮਰਾਜ ਨੂੰ ਕੰਟਰੋਲ ਕਰਦਾ ਹੈ। ਮੈਂ 20,000 ਪਾਉਂਡ ਲੈ ਕੇ ਆਇਆ ਸਾਂ, ਹੁਣ ਮੇਰੇ ਕੋਲ 5 ਕਰੋੜ ਪਾਉਂਡ ਹਨ। 19ਵੀਂ ਸਦੀ ਦੇ ਅੰਤ ਤੱਕ ਦੁਨੀਆ ਦੀ ਕੁੱਲ ਦੌਲਤ ਵਿੱਚੋਂ ਅੱਧੀ ਦੌਲਤ ਰਾਉਥਚਾਈਲਡ ਘਰਾਣੇ ਦੀ ਸੀ। ਅੱਜ ਦੀ ਕਹਾਣੀ 1815 ਉੱਤੇ ਖੜੀ ਕਰਦੇ ਹਾਂ, ਪਰ ਜਾਂਦੇ ਜਾਂਦੇ ਸਮਝ ਜਾਈਏ ਕਿ ਦੁਨੀਆ ਦੇ ਕੁੱਲ ਬਖੇੜੇ ਤੇ ਲੜਾਈਆਂ, ਖਜ਼ਾਰ, ਅਕਸ਼ਨਾਜੀ ਬਹਿਰੂਪੀਏ ਰਾਉਥਚਾਈਲਡ ਬੈਂਕਰਾਂ ਦੇ ਪਾਏ ਹੋਏ ਹਨ, ਜਿਨ੍ਹਾਂ ਦੀ ਇਸ ਸਮੇਂ ਦੀ ਜਕੜ ਕੁੱਲ ਸਾਮਰਾਜੀ ਤਾਕਤਾਂ, ਜਿਨ੍ਹਾਂ ਦਾ ਮੋਢੀ ਅਮਰੀਕਾ ਹੈ, ਦੀ ਸ਼ਾਹਰਾਗ ਉੱਤੇ ਹੈ। ਜੋ ਚਾਹੁੰਦੇ ਹਨ ਕਰਵਾਉਂਦੇ ਹਨ। ਜੇ ਇੰਨੀ ਗੱਲ ਪੱਲੇ ਪੈ ਜਾਵੇ ਤਾਂ ਬੇਅੰਤ ਅੰਤਰਰਾਸ਼ਟਰੀ ਕਹਾਣੀਆਂ ਨੂੰ ਅੰਦਰੋਂ ਬਾਹਰੋਂ ਸਮਝਣ ਵਿੱਚ ਆਸਾਨੀ ਹੋ ਜਾਂਦੀ ਹੈ। 1815 ਤੋਂ ਅੱਗੇ ਦੀ ਕਹਾਣੀ ਫੇਰ ਕਦੇ। ਅੱਜ ਦੇ ਦਿਨ ਬਸ ਇੰਨਾ ਜਾਣ ਲਈਏ ਕਿ ਚਾਨਣ ਬਰਦਾਰ ਦਾ ਪ੍ਰੋਗਰਾਮ ਜੋ ਸ਼ੁਰੂ ਵਿੱਚ ਲਿਖਿਆ ਗਿਆ ਹੈ, ਅੱਜ ਦੇ ਦਿਨ 2009 ਵਿੱਚ ਵੀ ਲਗਾਤਾਰ ਜਾਰੀ ਹੈ। ਫਿਕਰ ਇਹ ਕਰਨ ਦੀ ਲੋੜ ਹੈ ਕਿ ਚਾਨਣ ਬਰਦਾਰ ਸਾਡੇ ਦੇਸ਼ ਅੰਦਰ ਅਤੇ ਆਲੇ ਦੁਆਲੇ ਪੈਂਦੇ ਬਖੇੜਿਆਂ ਅਤੇ ਹਾਦਸਿਆਂ ਲਈ ਕਿੰਨਾ ਕੁ ਜ਼ਿੰਮੇਵਾਰ ਹਨ। ਕਿ ਸਾਡੇ ਨੇਤਾ ਅਤੇ ਵਸੋਂ ਉਹਨਾਂ ਬਾਰੇ ਸੁਚੇਤ ਹਨ। ਸਾਡੀ ਪੀੜ੍ਹੀ ਹੇਠੋਂ ਸੱਪ ਕੱਢਣ ਲਈ ਸੋਟਾ ਕਿਸ ਨੇ ਫੇਰਨਾ ਹੈ। ਕਿਤਾਬ ਦੂਜਾ ਪਾਸਾ, ਲੇਖਕ ਡਾਕਟਰ ਦਲਜੀਤ ਸਿੰਘ, ਭਾਗ 17ਵਾਂ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।